ਨੇ ਉਹਦੇ ਵਿੱਚ ਵੱਡੇ ਤੌਰ ਤੇ ਅੱਜ ਉਹਨਾਂ ਨੇ ਭਾਵਕ ਹੁੰਦੇ ਹੋਏ ਰੋਣ ਲਾਗੇ ਸੀਗੇ ਚੰਨੀ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਆਖਰਕਾਰ ਮੇਰੀ ਜਾਇਦਾਦ ਦਾ ਤਾਂ ਉਹ ਹਿੱਸਾ ਰਿਹਾ ਹੈ ਕਿ ਬਾਕੀ ਲੀਡਰਾਂ ਵਾਂਗੂ ਨਾ ਜਾਇਦਾਦ ਵਧੀ ਹੈ, ਬਲਕਿ ਮੈਂ ਆਪਦੀ ਜ਼ਮੀਨ ਜਾਇਦਾਦ ਜਿਹੜੀ ਵੇਚ ਕੇ ਆ ਫਿਰ ਅੱਗੇ ਜਿਹੜਾ ਕਿ ਚੋਣਾਂ ਲੜਦਾ ਰਿਹਾ। ਨਾਲ ਹੀ ਉਹਨਾਂ ਨੇ ਸ਼ਾਰਟ ਬਿਊਰੋ ਜਿਹੜਾ ਆਪਦੀ ਜਾਇਦਾਦ ਦਾ ਵੀ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿੰਦੇ ਹੋਏ ਕਿਤੇ ਨਾ ਕਿਤੇ ਨਜ਼ਰ ਆਏ ਕਿ ਮੈਂ ਜੇ ਪ੍ਰੈਸ ਕਾਨਫਰੰਸ ਕੱਲ ਕੀਤੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਦੱਬਣ ਦੇ ਲਈ ਆ ਜਿਹੜਾ ਆਖਰਕਾਰ ਸਰਕਾਰ ਨੇ ਅੱਜ ਵਿਜੀਲੈਂਸ ਦੇ ਰਸਤੇ ਮੈਨੂੰ ਬੁਲਾਇਆ। ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਪਹਿਲਾਂ ਸਾਰੀ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਕਿ ਜਾਣਾ ਸੀ, ਕਾਂਗਰਸ ਹਾਈ ਕਮਾਂਡ ਦੇ ਨੂੰ ਚੰਨੀ ਨੇ ਸਪਸ਼ਟ ਰੂਪ ਚ ਕਿਹਾ ਕਿ ਉਹ ਇਕੱਲੇ ਜਾਣਗੇ, ਕਿਸੇ ਨੂੰ ਵੀ ਨਾਲ ਨਹੀਂ ਲੈ ਕੇ ਜਾਣਗੇ। ਤੇ ਆ ਕਾਫਲਾ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ ਅਸੀਂ ਤਸਵੀਰਾਂ ਕਿ ਸਿਰਫ ਆਪਦੀ ਸੁਰੱਖਿਆ ਦੇ ਨਾਲ ਚਰਨਜੀਤ ਚੰਨੀ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਨੇਗੇ, ਕਿਉਂਕਿ ਚਰਨਜੀਤ ਚੰਨੀ ਨੇ ਪਹਿਲਾਂ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ਅਸੀਂ ਸਾਰਿਆਂ ਨੇ ਨਾਲ ਜਾਣਾ ਸੀ। ਪ੍ਰਤਾਪ ਬਾਜਵਾ, ਪ੍ਰਗਟ ਸਿੰਘ, ਜੇ ਕਿਹਾ ਜਾਵੇ ਭਾਰਤ ਭੂਸ਼ਣ ਆਸ਼ੂ ਜਿਹੜੇ ਖੁਦ ਜੇ ਕਿਹਾ ਜਾਵੇ ਕਿਤੇ ਨਾ ਕਿਤੇ ਗ੍ਰਿਫਤਾਰ ਰਹੇ ਨੇ ਤਾਂ ਹਿਰਾਸਤ ਤੋਂ ਬਾਅਦ ਜ਼ਮਾਨਤ ਤੇ ਨੇ, ਉਹ ਵੀ ਪਹੁੰਚੇ ਸੀਗੇ ਕਿ ਅਸੀਂ ਨਾਲ ਜਾਵਾਂਗੇ। ਉੱਤਰ ਜਾ ਗੱਡੀ ਤੇ ਨਾਲ ਜਿਵੇਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਹਰ ਇੱਕ ਚੌਕ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਪਦੀ ਸੁਰੱਖਿਆ ਨੂੰ ਦੇ ਚੱਲਦੇ ਅੱਗੇ ਨਿਕਲ ਜਾ ਗੱਡੀ ਕੋਲ ਚੜਾ ਤੇ ਵਿੱਚ ਜਿੰਨੀਆਂ ਟ੍ਰੈਫਿਕ ਲਾਈਟਸ ਨੇ ਹੈਗੀਆਂ ਉਹਨਾਂ ਨੂੰ ਜੇ ਕਹੀਏ ਤਾਂ ਰੁਕਦੇ ਹੋਏ ਜਾ ਰਹੇ ਨੇ। ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਅਸੀਂ ਕਿ ਆਖਰ ਚਰਨਜੀਤ ਚੰਨੀ ਜਿਸ ਹੌਸਲੇ ਦੇ ਨਾਲ ਤੇ ਜਿਸ ਦਲੇਰੀ ਦੇ ਨਾਲ ਚਰਨਜੀਤ ਚੰਨੀ ਨੇ ਕਿਹਾ ਕਿ ਅਸੀਂ ਵਿਜੀਲੈਂਸ ਦਾ ਸਾਹਮਣਾ ਕਰਨਾ ਹੈ ਤਾਂ ਨਾਲ ਭਾਵਕ ਹੋ ਕੇ ਇਹ ਗੱਲ ਵੀ ਕਹਿੰਦੇ ਨਜ਼ਰ ਆਏ ਕਿ ਜੇਕਰ ਮੈਂ ਮੁੜੇ ਆਇਆ ਤਾਂ ਹੋਰ ਗੱਲਾਂ ਕਰੂੰਗਾ, ਨਹੀਂ ਫਿਰ ਹੋ ਸਕਦਾ ਮੈਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ। ਚਰਨਜੀਤ ਚੰਨੀ ਦੇ ਉੱਤੇ ਜੇ ਕਿਹਾ ਜਾਵੇ ਤਾਂ ਹੁਣ ਤੱਕ ਦੇ ਜਿਹੜੇ ਮਾਮਲੇ ਸਾਹਮਣੇ ਆਏ ਨੇਗੇ ਜਾਂ ਫਿਰ ਕਹੀਏ ਕਿ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਜਿਹੜਾ ਕਿ ਵੀ ਇਨਕਮ ਪੈਸਾ ਇਕੱਠਾ ਕਰਨ ਨੂੰ ਲੈ ਕੇ ਆਰੋਪ ਨੇ, ਜਿਹਦੀ ਵਿਜੀਲੈਂਸ ਨੇ ਜਾਂਚ ਦੇ ਵਾਸਤੇ ਪਹਿਲਾਂ ਚਰਨਜੀਤ ਚੰਨੀ ਨੂੰ ਪਹਿਲਾਂ ਬੁਲਾਇਆ ਸੀ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਜਦੋਂ ਚਰਨਜੀਤ ਚੰਨੀ ਨੂੰ ਬੁਲਾਇਆ ਗਿਆ ਤਾਂ ਫਿਰ ਜਿਹੜਾ 20 ਤਰੀਕ ਨੂੰ ਜਿਹੜਾ ਕਿ ਸੱਦਿਆ ਗਿਆ ਸੀ, 20 ਤਰੀਕ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ 20 ਤਰੀਕ ਤੋਂ ਬਾਅਦ ਇੱਕੋ ਲਖਤ ਅੱਜ ਜਿਹੜਾ ਚਰਨਜੀਤ ਚੰਨੀ ਨੂੰ ਪੇਸ਼ ਹੋਣ ਵਾਸਤੇ ਬੁਲਾਇਆ ਗਿਆ। ਤੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵਿਜੀਲੈਂਸ ਦਫ਼ਤਰ ਜਾਣ ਵਾਸਤੇ ਚੰਨੀ ਨੇ ਹੁੰਕਾਰ ਭਰੀ ਹੈ ਕਿ ਇਕੱਲਾ ਜਾਊਂਗਾ, ਕਿਸੇ ਨੂੰ ਨਹੀਂ ਨਾਲ ਲੈ ਕੇ ਜਾਊਂਗਾ ਅਤੇ ਮੈਂ ਸੱਚਾ, ਮੈਨੂੰ ਕਿਸੇ ਗੱਲ ਦਾ ਡਰ ਨਹੀਂ। ਸਰਕਾਰਾਂ ਕੇਸ ਤਾਂ ਕਹਿੰਦੇ ਪਾਈ ਦਿੰਦੀਆਂ ਹੁੰਦੀਆਂ ਨੇ ਜਾਂ ਪਰਚਾ ਤਾਂ ਦੇ ਹੀ ਦਿੰਦੀਆਂ ਹੁੰਦੀਆਂ ਨੇ। ਇਹ ਤਸਵੀਰਾਂ ਚੰਡੀਗੜ੍ਹ ਦੀਆਂ ਨੇ ਜਿੱਥੋਂ ਕਾਂਗਰਸ ਭਵਨ ਤੋਂ ਨਿਕਲ ਕੇ ਜਿਸ ਤਰ੍ਹਾਂ ਦੇ ਨਾਲ ਚੰਨੀ ਅੱਜ ਜੇ ਕਹੀਏ ਕਿ ਭਾਵਕ ਹੁੰਦੇ ਰੋਂਦੇ ਹੋਏ ਨਜ਼ਰ ਆਏ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਆਪਦੀ ਜਿਹੜੀ ਸੱਚੀ ਸੁੱਚੀ ਸਿਆਸਤ ਹੈ ਕੀਤੀ ਹੈ। ਸਿਰਫ ਤਕਲੀਫ ਕਹਿੰਦੇ ਸਿਆਸਤਦਾਨਾਂ ਨੂੰ ਇਸ ਚੀਜ਼ ਦੀ ਜ਼ਰੂਰ ਰਹੀ ਆ। ਹਾਲਾਂਕਿ ਉਹਨਾਂ ਨੇ ਆਪਦੀ ਸਰਕਾਰ ਦੇ ਸਮੇਂ ਦਾ ਵੀ ਹਵਾਲਾ ਦਿੱਤਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਸਵਾਲ ਖੜੇ ਕਰੇ ਕਿ ਇਹ ਜਿਹੀਆਂ ਜਾਂਚਾਂ ਤਾਂ ਮੇਰੀਆਂ ਫਾਈਲਾਂ ਤਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ 2-2 3-3 ਵਾਰੀ ਚੈੱਕ ਹੋ ਗਈਆਂ ਨੇਗੀਆਂ, ਪਰ ਉਹਦੇ ਬਾਵਜੂਦ ਨਿਕਲਿਆ ਅੱਜ ਤੱਕ ਕੁਝ ਨਹੀਂ ਹੈਗਾ। ਤੇ ਜਿਵੇਂ ਇਸ ਵਾਰੀ ਦੁਬਾਰੇ ਫੇਰ ਜਿਹੜਾ ਕਿ ਵਿਜੀਲੈਂਸ ਵੱਲੋਂ ਚੰਨੀ ਨੂੰ ਬੁਲਾਇਆ ਜਾਂਦਾ ਕਿ ਉਹਨਾਂ ਨੇ ਪੈਸਾ ਬਹੁਤ ਇਕੱਠਾ ਕਰ ਲਿਆ। ਜੇ ਸਿੱਧੀ ਦੇਸੀ ਤਰੀਕੇ ਦੇ ਵਿੱਚ ਗੱਲ ਕਰੀਏ ਤਾਂ ਉਹਦੇ ਆਮ ਤੌਰ ਤੇ ਵਿਜੀਲੈਂਸ ਦਾ ਨਿਸ਼ਾਨਾ ਹੀ ਹੁੰਦਾ ਕਿ ਤੁਸੀਂ ਪੈਸਾ ਬਹੁਤ ਇਕੱਠਾ ਕਰਿਆ ਤੇ ਉਸ ਪੈਸੇ ਦਾ ਹਿਸਾਬ ਕਿਤਾਬ ਹੈ ਜਿਹੜਾ ਉਹ ਪੈਸੇ ਦਾ ਹਿਸਾਬ ਕਿਤਾਬ ਲੈਣ ਵਾਸਤੇ ਹੀ ਵਿਜੀਲੈਂਸ ਹੈ ਜਿਹੜੀ ਉਹ ਸੱਦਦੀ ਆ। ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਰਨਜੀਤ ਚੰਨੀ ਦਾ ਕਾਫਲਾ ਜਿਹਦੇ ਵਿੱਚ ਚੰਨੀ ਇਕੱਲੇ ਮੌਜੂਦ ਨੇ ਤੇ ਸਿੱਧੀਆਂ ਤਸਵੀਰਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਕਿ ਅਸੀਂ ਦਿਖਾਈਏ ਕਿਉਂਕਿ ਚਰਨਜੀਤ ਚੰਨੀ ਖੁਦ ਕਹਿ ਕੇ ਗਏ ਨੇ ਜੇ ਦੁਬਾਰੇ ਮੁੜੇ ਆਇਆ ਤਾਂ ਗੱਲ ਕਰੂੰਗਾ, ਹੋ ਸਕਦਾ ਮੇਰੀ ਗ੍ਰਿਫਤਾਰੀ ਹੋ ਜੇ। ਤਾਂ ਉਹਨਾਂ ਨੇ ਜਿਹੜੀ ਤਸਵੀਰ ਵੀ ਜਦੋਂ ਚਾਹ ਪੀਤੀ ਆਖਰੀ ਜਿਹੜੀ ਅੱਜ ਦੀ ਜੇ ਗੱਲ ਕਿਹਾ ਜਾਵੇ ਇਸ ਪੇਸ਼ੀ ਤੋਂ ਪਹਿਲਾਂ ਦੀ ਤਾਂ ਰਾਜਾ ਵੜਿੰਗ ਤੇ ਹਰੀਸ਼ ਚੌਧਰੀ ਦੇ ਨਾਲ ਫੋਟੋ ਖਿਚਵਾਈ ਕਿ ਇਹ ਹੋ ਸਕਦਾ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ। ਚਰਨਜੀਤ ਚੰਨੀ ਨੂੰ ਲੈ ਕੇ ਉਹਨਾਂ ਦੇ ਪਾਰਟੀ ਦੇ ਖੁਦ ਦੇ ਲੀਡਰਾਂ ਨੇ ਜਾਂ ਕਹੀਏ ਕਿ ਵਰਕਰਾਂ ਨੇ ਵੀ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਸਾਨੂੰ ਵੀ ਅੱਜ ਪਤਾ ਲੱਗਿਆ ਕਿ ਆਖਰ ਚੰਨੀ ਨੂੰ ਲੈ ਕੇ ਜਿੰਨੀਆਂ ਗਲਤਫਹਿਮੀਆਂ ਸੀ ਉਹ ਦੂਰ ਹੋਈਆਂ ਨੇਗੀਆਂ। ਯਾਨੀ ਕਿ ਚੰਨੀ ਨੂੰ ਲੈ ਕੇ ਉਹਨਾਂ ਦੀ ਆਪਦੀ ਕਾਂਗਰਸ ਦੇ ਵਿੱਚ ਵੀ ਜਦੋਂ ਸਰਕਾਰ ਸੀਗੀ ਉਸ ਸਮੇਂ ਦੇ ਦੌਰਾਨ ਵੀ ਬਹੁਤ ਤਰ੍ਹਾਂ ਦੀਆਂ ਲੀਡਰਾਂ ਦੇ ਵੱਲੋਂ ਸਿਆਸੀ ਬਿਆਨਬਾਜ਼ੀਆਂ ਰਹੀਆਂ ਨੇਗੀਆਂ, ਸਿਆਸੀ ਤੌਰ ਤੇ ਜੇ ਕਿਹਾ ਜਾਵੇ ਟਕਰਾਵ ਰਹੇ ਨੇ। ਪਰ ਕਾਂਗਰਸ ਨੇ ਅੱਜ ਇੱਕ ਮੈਸੇਜ ਦਿੱਤਾ ਹੈ ਜਿਸ ਤਰ੍ਹਾਂ ਦੇ ਨਾਲ ਸਾਰੇ ਲੀਡਰ ਇੱਕ ਸਟੇਜ ਤੇ ਇਕੱਠੇ ਸੀ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਰਨਜੀਤ ਚੰਨੀ ਦਾ ਕਾਫਲਾ ਜਾ ਰਿਹਾ ਵਿਜੀਲੈਂਸ ਦਫ਼ਤਰ ਮੋਹਾਲੀ ਪਹੁੰਚਣਾ ਉਹਨਾਂ ਨੇ 10 ਵਜੇ ਦਾ ਸਮਾਂ ਸੀ, ਹਾਲਾਂਕਿ ਸਮੇਂ ਤੋਂ ਥੋੜਾ ਜਿਹਾ ਲੇਟ ਨੇ। ਉਸ ਸਮੇਂ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਅੱਜ ਪੇਸ਼ੀ ਹੋਣੀ ਆ ਜਾਂ ਕਹੀਏ ਕਿ ਸੁਣਵਾਈ ਵਾਸਤੇ ਜਿਹੜਾ ਚੰਨੀ ਨੂੰ ਬੁਲਾਇਆ ਗਿਆ
ਉਹਦੇ ਵਿੱਚ ਦੇਖਣਾ ਹੋਊ ਚੰਨੀ ਤੋਂ ਪੁੱਛਿਆ ਕੀ ਜਾਂਦਾ, ਕਿਉਂਕਿ ਸਭ ਤੋਂ ਜ਼ਿਆਦਾ ਮਾਇਨੇ ਜੇ ਸਿਆਸੀ ਧਿਰਾਂ ਸਿਆਸੀ ਬਿਆਨਬਾਜ਼ੀਆਂ ਤੋਂ ਪਰੇ ਹਟ ਕੇ ਸੋਚੀਏ ਤਾਂ ਕੋਈ ਨਾ ਕੋਈ ਸਬੂਤ ਹੈ ਜਿਹੇ ਵਿਜੀਲੈਂਸ ਕੋਲ ਜ਼ਰੂਰ ਹੋਣੇ ਆ ਜਿਹਦੇ ਕਰਕੇ ਆਖਰਕਾਰ ਚਰਨਜੀਤ ਚੰਨੀ ਨੂੰ ਬੁਲਾਇਆ ਗਿਆ। ਇਹ ਸਿਆਸੀ ਤੌਰ ਤੇ ਠੀਕ ਹੈ, ਚੰਨੀ ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈਗਾ, ਮੈਂ ਚਿੱਟੀ ਚਾਦਰ ਵਾਂਗ ਸਾਫ਼ ਆ ਤੇ ਖੁੱਲੀ ਕਿਤਾਬ ਆ। ਸਾਹਮਣੇ ਗੱਡੀ ਜਿਹੜੀ ਲੈਂਡ ਕਰੂਜ਼ਰ ਜਾ ਰਹੀ ਆ ਇਹ ਚਰਨਜੀਤ ਚੰਨੀ ਦੀ ਆ। ਹਾਲਾਂਕਿ ਗੱਡੀਆਂ ਨੂੰ ਲੈ ਕੇ ਵੀ ਚੰਨੀ ਨੇ ਕਿਹਾ ਕਿ ਮੇਰੇ ਤੇ ਕਈ ਮੀਡੀਆ ਹਾਊਸਿਸ ਵੀ ਸਵਾਲ ਖੜੇ ਕਰਦੇ ਰਹੇ ਨੇ ਕਿ ਮੇਰੇ ਕੋਲ ਬਹੁਤ ਗੱਡੀਆਂ ਨੇ, ਮੇਰੇ ਕੋਲ ਬਹੁਤ ਘਰ ਨੇ, ਪਰ ਉਹ ਕਹਿੰਦੇ ਮੇਰੇ ਤੋਂ ਆਪਦਾ ਘਰ ਵੀ ਹੈ ਜਿਹੜਾ ਉਹ ਛੁਡਾਇਆ ਨਹੀਂ ਗਿਆ। ਪੈਟਰੋਲ ਪੰਪ ਦਾ ਜ਼ਿਕਰ ਉਹਨਾਂ ਨੇ ਕਰਿਆ ਕਿ 1986 ਦੇ ਵਿੱਚ ਆਖਰ ਜਦੋਂ ਉਹਨਾਂ ਨੇ ਇਸ ਪਾਰੀ ਦੀ ਸ਼ੁਰੂਆਤ ਕਰੀ ਸੀ, ਉਦੋਂ ਬਾਅਦ ਪ੍ਰਾਪਰਟੀ ਦਾ ਕੰਮ ਕਰਿਆ ਸੀ ਖਰੜਾ ਕੇ। ਉਹ ਜਿਹੜੇ ਕਹਿੰਦੇ ਮੈਂ 10 ਕਿੱਲੇ ਖਰੀਦੇ ਉਹ ਪ੍ਰਾਪਰਟੀ ਦੇ ਵਿੱਚ ਆਏ। ਉਸ ਪ੍ਰਾਪਰਟੀ ਤੋਂ ਬਾਅਦ ਜਦੋਂ 4 ਰੁਪਈਆਂ ਦੀ ਕਹਿੰਦੇ ਕਮਾਈ ਹੋਈ, ਫਿਰ ਮੈਂ ਵੀ ਸੋਚਿਆ ਵੀ ਸਤਿ ਸ੍ਰੀ ਅਕਾਲ ਬੁਲਾਉਣ ਵਾਲਾ ਕੋਈ ਚਾਹੀਦਾ, ਤੇ ਉਹ ਸਤਿ ਸ੍ਰੀ ਅਕਾਲ ਦੇ ਲਾਲਚ 'ਚ ਆਪਦੇ ਬਾਕੀ ਲੀਡਰਾਂ ਨੂੰ ਵੀ ਇਹ ਗੱਲ ਕਹੀ ਕਿ ਜਦੋਂ ਇਹੀ ਸਤਿ ਸ੍ਰੀ ਅਕਾਲ ਦੇ ਲਾਲਚ 'ਚ ਜਿਹੜੇ ਬਾਕੀ ਲੀਡਰ ਨੇ ਉਹ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਆਉਂਦੇ ਨੇ ਤੇ ਉਹੀ ਸਤਿ ਸ੍ਰੀ ਅਕਾਲ ਦੇ ਚੱਕਰ 'ਚ ਕਹਿੰਦੇ ਮੈਂ ਆ ਗਿਆ। ਪਰ ਕਹਿੰਦੇ ਮੇਰੀ ਸਰਕਾਰ ਤੋਂ ਲੈ ਕੇ, ਕਹਿੰਦੇ ਮੈਨੇ ਰਾਹੁਲ ਗਾਂਧੀ ਨੂੰ ਵੀ ਜ਼ਿਕਰ ਕਰਿਆ ਸੀ ਕਿ ਮੇਰੀ ਸਰਕਾਰ ਤੋਂ ਲੈ ਕੇ ਯਾਨੀ ਕਿ ਕਾਂਗਰਸ ਤੋਂ ਲੈ ਕੇ ਅੱਜ ਤੱਕ ਕਹਿੰਦੇ ਮੈਨੂੰ ਹਰ ਕੋਈ ਰਗੜਦਾ ਹੀ ਤੁਰਿਆ ਆ ਰਿਹਾ। ਕਈ ਸ਼ਬਦ ਉਹਨਾਂ ਨੇ ਇਸ ਤਰ੍ਹਾਂ ਦੇ ਵਰਤੇ ਚੰਨੀ ਨੇ ਕਿ ਸਾਫ਼ ਤੌਰ ਤੇ ਕਿਤੇ ਨਾ ਕਿਤੇ ਇੱਕ ਚੀਜ਼ ਤਾਂ ਝਲਕਦੀ ਸੀ ਕਿ ਚੰਨੀ ਭਾਵੇਂ ਮੁੱਖ ਮੰਤਰੀ ਬਣੇ ਪਰ ਕਾਂਗਰਸ ਦੇ ਵਿੱਚ ਵੀ ਚੰਨੀ ਨੂੰ ਜਿਹੜਾ ਹੈ ਦੱਬ ਕੇ ਸਿਆਸੀ ਦਾਅ ਪੇਚਾਂ ਦਾ ਸਾਹਮਣਾ ਕਰਨਾ ਪਿਆ। ਤੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਮੋਹਾਲੀ, ਬਿਲਕੁਲ ਥੋੜਾ ਸਮਾਂ ਰਹਿ ਗਿਆ ਅੱਗੇ ਜਦੋਂ ਪਹੁੰਚ ਜਾਣਾ ਵਿਜੀਲੈਂਸ ਦਫ਼ਤਰ। ਤੇ ਵਿਜੀਲੈਂਸ ਦਫ਼ਤਰ ਹੁਣ ਚੰਨੀ ਨੂੰ ਕਿੰਨਾ ਸਮਾਂ ਰੋਕਿਆ ਜਾਂਦਾ ਜਾਂ ਕਹੀਏ ਕਿ ਪੁੱਛਗਿੱਛ ਲਈ ਬਿਠਾਇਆ ਜਾਂਦਾ, ਕੀ ਗ੍ਰਿਫਤਾਰੀ ਵੀ ਹੋਊਗੀ? ਗ੍ਰਿਫਤਾਰੀ ਨੂੰ ਲੈ ਕੇ ਚੰਨੀ ਖੁਦ ਕਿਤੇ ਨਾ ਕਿਤੇ ਜ਼ਿਆਦਾ ਆਸ਼ਵਸਤ ਨਜ਼ਰ ਆ ਰਹੇ ਨੇ ਕਿ ਮੇਰੀ ਗ੍ਰਿਫਤਾਰੀ ਹੈ ਜਿਹੜੀ ਹੋ ਸਕਦੀ ਆ। ਪ੍ਰਤਾਪ ਬਾਜਵਾ ਸਿੱਧੇ ਤੌਰ ਤੇ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਚੰਨੀ ਦੇ ਨਾਲ ਖੜੇ ਹੋਏ ਦਿਖਾਈ ਦਿੱਤੇ। ਹਾਲਾਂਕਿ ਸਰਕਾਰ ਦੇ ਸਮੇਂ ਪ੍ਰਤਾਪ ਬਾਜਵਾ ਵੀ ਕਈ ਵਾਰ ਸਵਾਲ ਚੁੱਕਦੇ ਸੀਗੇ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਲੀਡਰਸ਼ਿਪਾਂ ਨੇ ਜਿਹੜੀਆਂ ਉਹ ਸਵਾਲ ਨੇ ਜਿਹੜੀਆਂ ਉਹ ਚੱਕਦੀਆਂ ਨਜ਼ਰ ਆਉਂਦੀਆਂ ਨੇਗੀਆਂ। ਤੇ ਉਸੇ ਦੇ ਚੱਲੇ ਜਦੋਂ ਗੱਲ ਕਰਦੇ ਆ ਤਸਵੀਰਾਂ ਦਿਖਾ ਰਹੇ ਆ ਅਸੀਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਾਫਲਾ ਥੋੜਾ ਜਿਹਾ ਤੇਜ਼ ਹੁੰਦਾ ਤੇ ਥੋੜਾ ਜੇ ਕਹੀਏ ਕਿ ਫਰਕ ਜ਼ਰੂਰ ਕਾਫਲੇ ਦੇ ਨਾਲੋਂ ਰਹਿ ਜਾਂਦਾ, ਪਰ ਇੰਨੀ ਗੱਲ ਜ਼ਰੂਰ ਹੈ ਕਿ ਅੱਜ ਦਾ ਦਿਨ ਚਰਨਜੀਤ ਚੰਨੀ ਹੋਰਾਂ ਵਾਸਤੇ ਬੇहद ਖਾਸ ਹੈ। ਉਸ ਬੇहद ਖਾਸ ਦਿਨ ਤੇ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਸਿਆਸੀ ਦਾਅ ਪੇਚ ਜਿਸ ਤਰ੍ਹਾਂ ਦੇ ਨਾਲ ਨਜ਼ਰ ਆਏ ਨੇ ਉਹਨਾਂ ਦੇ ਵਿੱਚ ਚੰਨੀ ਨੇ ਗਿਲਾ ਕਿਤੇ ਨਾ ਕਿਤੇ ਆਪਦੇ ਲੀਡਰਾਂ ਦੇ ਨਾਲ ਵੀ ਕਰਿਆ ਕਿ ਆਖਰਕਾਰ ਉਹਨਾਂ ਦੀ ਸਰਕਾਰ ਦੇ ਸਮੇਂ ਵੀ ਸਵਾਲ ਚੁੱਕੇ ਜਾਂਦੇ ਸੀਗੇ, ਪਰ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਆਖਰਕਾਰ ਜਿਉਂ-ਜਿਉਂ ਹੁਣ ਸਵਾਲ ਚੁੱਕੇ ਜਾ ਰਹੇ ਨੇ ਤਾਂ ਬਾਕੀ ਲੀਡਰਾਂ ਨੇ ਵੀ ਕਿਹਾ ਵੀ ਜੋ ਸਾਨੂੰ ਗਲਤਫਹਿਮੀਆਂ ਸੀਗੀਆਂ ਤਾਂ ਉਹ ਅਸੀਂ ਅੱਜ ਦੂਰ ਹੋਈਆਂ ਨੇਗੀਆਂ। ਕਿਉਂਕਿ ਤਮਾਮ ਤੌਰ ਤੇ ਜੇ ਕਿਹਾ ਜਾਵੇ ਜਵਾਬ ਉਹਨਾਂ ਨੇ ਕਿਹਾ ਤੇ ਇੱਕ ਸ਼ਾਰਟ ਬਿਊਰਾ ਕਹਿ ਸਕਦੇ ਆ ਵੀ ਚਰਨਜੀਤ ਚੰਨੀ ਨੇ ਦਿੱਤਾ ਕਿ ਕਿਵੇਂ ਦੇ ਨਾਲ ਆਖਰਕਾਰ ਉਹਨਾਂ ਨੇ ਪੈਸਾ ਜਿਹੜਾ ਉਹਨਾਂ ਦੇ ਕੋਲੇ ਆਇਆ, ਕਿਵੇਂ ਛੋਟੀ ਜੀ ਸ਼ੁਰੂਆਤ ਉਹਨਾਂ ਨੇ ਕਰੀ। ਰਾਜਾ ਵੜਿੰਗ ਨੇ ਵੀ ਕਿਹਾ ਕਿ ਜ਼ਿਆਦਾ ਤਕਲੀਫ ਤਾਂ ਸ਼ਾਇਦ ਇਸ ਕਰਕੇ ਜਿਹੜੀ ਵਿਰੋਧੀ ਧਿਰਾਂ ਨੂੰ ਲੱਗਦੀ ਹੈ ਕਿ ਜਲੰਧਰ ਦੇ ਵਿੱਚ ਖਾਸਾ ਇਨਫਲੂਐਂਸ ਚੰਨੀ ਦਾ ਹੈਗਾ ਤੇ ਉਹਦੇ ਚੱਲਦੇ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਜਿਹੜੀ ਜਿੱਤ ਹੈ ਉਹ ਕਾਂਗਰਸ ਨੂੰ ਮਿਲਦੀ ਨਜ਼ਰ ਆ ਰਹੀ ਹੈਗੀ। ਬਾਈ ਇਲੈਕਸ਼ਨ ਕਿਉਂਕਿ ਹੈਗੀ ਹੈ ਜਲੰਧਰ ਦੇ ਵਿੱਚ। ਕਮੈਂਟ ਕਰਕੇ ਤੁਸੀਂ ਵੀ ਰਾਏ ਦਿਓ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਲੱਗਦਾ ਵੀ ਆਖਰ ਚੰਨੀ ਦੀ ਗ੍ਰਿਫਤਾਰੀ ਅੱਜ ਹੋਏਗੀ ਜਾਂ ਨਹੀਂ ਹੋਏਗੀ, ਕਿਉਂਕਿ ਚੰਨੀ ਨੇ ਤਾਂ ਖਾਸੀ ਇਸ ਚੀਜ਼ ਨੂੰ ਲੈ ਕੇ ਜਤਾਇਆ ਕਿ ਗ੍ਰਿਫਤਾਰੀ ਹੈ ਜਿਹੜੀ ਉਹਨਾਂ ਦੀ ਹੋ ਸਕਦੀ ਆ। ਤਾਈਓ ਵਾਰੀ-ਵਾਰੀ ਇੱਕੋ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਜੇਕਰ ਮੈਂ ਵਾਪਸ ਆ ਗਿਆ ਤਾਂ ਮੈਂ ਹੋਰ ਗੱਲਾਂ ਕਰੂੰਗਾ। ਮੀਡੀਆ ਨੂੰ ਵੀ ਇਹ ਗੱਲ ਕਹੀ ਆ ਉਹਨਾਂ ਨੇ ਕਿ ਜਦੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕਰੀ ਕਿ ਲੱਗਦਾ ਕਿ ਤੁਹਾਨੂੰ ਗ੍ਰਿਫਤਾਰੀ ਹੋ ਸਕਦੀ ਆ ਤੇ ਨਾਲ ਗੱਲ ਇਹ ਹੈ ਵੀ ਚਰਨਜੀਤ ਚੰਨੀ ਖਾਸੇ ਆਸ਼ਵਸਤ ਨਜ਼ਰ ਆਏ ਨੇ। ਤੁਸੀਂ ਵੀ ਲਗਾਤਾਰ ਕਮੈਂਟ ਕਰਕੇ ਦੱਸੋ ਕਿ ਆਖਰਕਾਰ ਚੰਨੀ ਨੂੰ ਲੈ ਕੇ ਕੀ ਲੱਗਦਾ। ਚੰਨੀ ਤਾਂ ਕਹਿੰਦੇ ਮੇਰੇ ਕੋਲ ਪੈਸਾ ਜੇ ਕਿਹਾ ਜਾਵੇ ਬੇਫਾਲਤੂ ਕੋਈ ਨਹੀਂ, ਮੈਥੋਂ ਘਰ ਨਹੀਂ ਛੁਡਾਇਆ ਗਿਆ ਆਪਦਾ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਆਖਰਕਾਰ ਕਹੀਏ ਕਿ ਇੱਕ ਸਿਆਸੀ ਤੌਰ ਤੇ ਠੀਕ ਲੱਗਦੀਆਂ ਨੇ। ਰੋਣ ਹੱਕੇ ਹੋ ਗਏ ਸੀ ਚਰਨਜੀਤ ਚੰਨੀ ਕਿ ਇੱਕ ਸਿਰਫ ਰੋਂਦੇ ਰਹਿ ਗਏ, ਪਰ ਖਾਸਾ ਜਿਵੇਂ ਗਲ ਭਰ ਕੇ ਉਹਨਾਂ ਨੇ ਗੱਲ ਕਹੀ ਕਿ ਇੱਕ ਦਲਿਤ ਪਰਿਵਾਰ ਦੇ ਮੁੰਡੇ ਨੂੰ ਅੱਗੇ ਵਧਦੇ ਹੋਏ ਜਿਹੜਾ ਸਿਆਸੀ ਵਿਰੋਧ ਹੈ ਉਹ ਨਹੀਂ ਕਿਤੇ ਨਾ ਕਿਤੇ ਦੇਖਣਾ ਚਾਹੁੰਦਾ। ਤੇ ਉਹੀ ਚੀਜ਼ ਦੇ ਚੱਲਦੇ ਹੋਏ ਕਿਤੇ ਨਾ ਕਿਤੇ ਚਰਨਜੀਤ ਚੰਨੀ ਹੋਰਾਂ ਦੀ ਜੇ ਗੱਲ ਕੀਤੀ ਜਾਵੇ, ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰੇ ਤਸਵੀਰਾਂ ਦਿਖਾਉਣ ਦੀ, ਕਿਉਂਕਿ ਖੈਰ ਚੰਡੀਗੜ੍ਹ ਆ ਉਰੇ ਕੋਈ ਵੀ ਅਸੂਲ ਤੋੜਦਾ ਤਾਂ ਫਿਰ ਆਖਰਕਾਰ ਉਹਨੂੰ ਇਹਦਾ ਖਮਿਆਜ਼ਾ ਭੁਗਤਣਾ ਪੈਂਦਾ। ਪਰ ਅੱਜ ਸਵਾਲ ਇਹੀ ਕਿ ਵਿਜੀਲੈਂਸ ਦਫ਼ਤਰ ਚੰਨੀ ਚੱਲੇ ਤਾਂ ਹੈਗੇ ਆ, ਵਾਪਿਸ ਆਉਣਗੇ ਮੁੜ ਕੇ, ਯਾਨੀ ਕਿ ਗ੍ਰਿਫਤਾਰੀ ਹੋਊਗੀ ਜਾਂ ਚੰਨੀ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਜਾਊਗਾ। ਕਿਉਂਕਿ ਜੇ ਕਾਂਗਰਸ ਦੇ ਬਾਕੀ ਮੰਤਰੀਆਂ ਦੀ ਗੱਲ ਕਰੀਏ ਤਾਂ ਭਾਰਤ ਭੂਸ਼ਣ ਆਸ਼ੂ ਨੂੰ ਖਾਸਾ ਸਮਾਂ ਰਹਿਣਾ ਪਿਆ ਅੰਦਰ, ਸਾਧੂ ਸਿੰਘ ਧਰਮਸੋਤ ਨੂੰ ਦੇਖਿਆ ਜਾਵੇ ਖਾਸਾ ਸਮਾਂ ਰਹਿਣਾ ਪਿਆ ਅੰਦਰ, ਵਿਜੀਲੈਂਸ ਦਾ ਸ਼ਿਕੰਜਾ ਸੀਗਾ। ਦੂਜੇ ਪਾਸੇ ਗੱਲ ਕਰੀ ਜਾਵੇ ਭਗਵੰਤ ਮਾਨ ਦੀ ਤਾਂ ਭਗਵੰਤ ਮਾਨ ਹਾਲਾਂਕਿ ਜਦੋਂ ਵਾਰੀ-ਵਾਰੀ ਬੋਲਦੇ ਨੇ ਤਾਂ ਉਹਦੇ ਵਿੱਚ ਉਹ ਇਹ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਕਿਸੇ ਨੂੰ ਵੀ ਜਿਨ੍ਹਾਂ ਨੇ ਭ੍ਰਸ਼ਟਾਚਾਰ ਕਰਿਆ ਬਖਸ਼ਾਂਗੇ ਨਹੀਂ। ਹੁਣ ਗੱਲ ਕਿਹਦੀ ਸਹੀ, ਖੈਰ ਜਾਂਚ ਏਜੰਸੀਆਂ ਦੱਸਣਗੀਆਂ, ਕਿਉਂਕਿ ਜਦੋਂ
ਬੁਲਾਉਂਦੀ ਹੈ ਕੋਈ ਜਾਂਚ ਏਜੰਸੀ ਤਾਂ ਉਹਦੇ ਕੋਲ ਪੁਖਤਾ ਰੂਪ ਦੇ ਵਿੱਚ ਸਬੂਤ ਹੁੰਦੇ ਨੇਗੇ, ਤਾਂ ਉਦੋਂ ਬਾਅਦ ਹੀ ਫਿਰ ਪੁੱਛਗਿੱਛ ਲਈ ਬੁਲਾਇਆ ਜਾਂਦਾ। ਕੀ ਚੀਜ਼ਾਂ ਸਪਸ਼ਟ ਹੁੰਦੀਆਂ ਨੇ, ਕੀ ਚੀਜ਼ਾਂ ਉਹਦੇ ਵਿੱਚ ਜੇ ਕਿਹਾ ਜਾਵੇ ਨਿਕਲ ਕੇ ਆਉਂਦੀਆਂ ਨੇ। ਤਸਵੀਰਾਂ ਨਾਲ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ, ਕਿਉਂਕਿ ਦੂਰ ਥੋੜਾ ਜਿਹਾ ਜਾ ਰਹੀਆਂ ਨੇ ਗੱਡੀਆਂ, ਪਰ ਲਗਾਤਾਰ ਚੰਨੀ ਹੋਰਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ ਕਿ ਆਖਰ ਵਿਜੀਲੈਂਸ ਦਫ਼ਤਰ ਜਾਂਦੇ ਦੀਆਂ ਤਸਵੀਰਾਂ ਬੇहद ਜੇ ਦੇਖਿਆ ਜਾਵੇ ਖਾਸ ਤੌਰ ਤੇ ਨੇ ਕਿ ਆਖਰਕਾਰ ਵਿਜੀਲੈਂਸ ਦਫ਼ਤਰ ਜਦੋਂ ਚੰਨੀ ਨੇ ਜਾਣਾ ਤਾਂ ਚੰਨੀ ਅੱਜ ਦੁਬਾਰੇ ਘਰੇ ਆਉਣਗੇ ਮੁੜ ਕੇ, ਜਾਂ ਫਿਰ ਵਿਜੀਲੈਂਸ ਸਰਕਾਰੀ ਮਹਿਮਾਨ ਦੇ ਵਜੋਂ, ਯਾਨੀ ਕਿ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰੂਗੀ ਇਹਨਾਂ तमाम ਆਰੋਪਾਂ ਦੇ ਵਿੱਚ, ਉਹ ਵੀ ਰੱਖਦੀ ਆ। ਇਹ ਸਵਾਲ ਹੈ ਖੈਰ ਹਜੇ, ਪਰ ਕੋਈ ਅਸੀਂ ਵੀ ਬਾਰ-ਬਾਰ ਤਾਂ ਕਹਿ ਰਹੇ ਹਾਂ ਕਿਉਂਕਿ ਚੰਨੀ ਨੇ ਖੁਦ ਹੀ ਕਿਹਾ ਬਾਰ-ਬਾਰ ਕਿ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ। ਸ਼ੰਕਾ ਉਹਨਾਂ ਨੂੰ ਇਸ ਕਰਕੇ ਲੱਗਦੀ ਆ, ਉਹ ਕਹਿੰਦੇ ਕਿਉਂਕਿ ਕਈ ਵਾਰੀ ਜਿਹੜਾ ਕਿ ਜਿਸ ਤਰ੍ਹਾਂ ਦੇ ਨਾਲ ਸਮਾਂ ਸੀ ਪਹਿਲਾਂ ਜਿਹੜਾ ਨੋਟਿਸ ਦਾ, ਉਹਦੇ ਵਿੱਚ 20 ਤਰੀਕ ਦਿੱਤੀ ਸੀ, ਕਹਿੰਦੇ ਕੱਲ ਪ੍ਰੈਸ ਕਾਨਫਰੰਸ ਕਰਦਾ ਤਾਂ ਦੁਬਾਰੇ ਮੈਨੂੰ ਫੇਰ ਜਿਹੜਾ ਬੁਲਾ ਲਿਆ ਜਾਂਦਾ ਹੈ। ਤੇ ਉਹਦੇ ਵਿੱਚ ਜੇ ਗੱਲ ਕਹੀ ਜਾਵੇ ਚਰਨਜੀਤ ਚੰਨੀ ਦੇ ਕੁਝ ਕੁ ਪੁਆਇੰਟ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੁਹਰਾਏ। ਉਹਨਾਂ ਨੇ ਕਿਹਾ ਜ਼ਿਕਰ ਕਿ ਆਖਰ ਜਥੇਦਾਰ ਸਾਹਿਬ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਨੇ ਬਿਆਨ ਦਿੱਤਾ, ਉਹ ਕਹਿੰਦੇ ਮੈਂ ਉਹਦੇ ਤੇ ਆਪੱਤੀ ਜਤਾਈ ਸੀ ਕਿ ਜਥੇਦਾਰ ਨੇ ਜਿਹੜੇ ਕੌਮ ਦੇ ਨੇ ਤੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ। ਦੂਜੇ ਪਾਸੇ ਉਹਨਾਂ ਨੇ ਦਲਿਤਾਂ ਵਾਲਾ ਮੁੱਦਾ ਚੱਕਿਆ ਕਿ ਆਖਰ ਦਲਿਤਾਂ ਨੂੰ ਜਿਸ ਤਰ੍ਹਾਂ ਦੀ ਫੈਸਿਲਿਟੀਆਂ ਦਿੱਤੀਆਂ ਸੀ ਇਹ ਸਰਕਾਰ ਉਵੇਂ ਦੇ ਨਹੀਂ ਪਾ ਰਹੀ ਹੈਗੀ। ਤੀਸਰਾ ਉਹਨਾਂ ਦਾ ਮੁੱਦਾ ਸੀਗਾ ਕਿ ਜਿਹੜਾ 25 ਕਰੋੜ ਰੁਪਇਆ ਮੈਂ ਡੇਰਾ ਬੱਲਾ ਨੂੰ ਦੇ ਕੇ ਆਇਆ ਸੀ, ਉਸ ਤੋਂ ਬਾਅਦ ਦੇ ਵਿੱਚ ਸਰਕਾਰ ਨੇ ਫੋਟੋ ਤਾਂ ਜ਼ਰੂਰ ਖਜਾ ਲਈ ਪਰ ਪੈਸਾ ਨਹੀਂ ਦਿੱਤਾ। ਚੌਥਾ ਸੀਗਾ ਕਿ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਸਰਕਾਰ ਕਹਿੰਦੀ ਅਸੀਂ 12,000 ਤੋਂ 15,000 ਵਧਾ ਕੇ ਦਿੱਤਾ, ਪਰ ਉਹ ਕਹਿੰਦੇ ਕਿ ਅਸੀਂ ਆਪਦੇ ਸਮੇਂ 18,000 ਦਿੱਤਾ ਸੀ, ਪਰ 18,000 ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕਹਿੰਦੇ ਵਧਾ ਕੇ ਕੀ ਦੇਣਾ ਸੀ, 15,000 ਦਿੱਤਾ। ਤੀਸਰਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਜਦੋਂ ਕਪਾਹ ਦੀ ਗੱਲ ਕਰਦੇ ਆ ਤਾਂ ਗੁਲਾਬੀ ਸੁੰਡੀ ਪਈ ਸੀ, ਉਦੋਂ ਬਾਅਦ ਕਹਿੰਦੇ ਜਿਹੜੇ ਅਸੀਂ ਮਜ਼ਦੂਰ ਸੀ ਉਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਦਿੱਤਾ, ਪਰ ਹੁਣ ਦੀ ਸਰਕਾਰ ਕਿੱਥੇ ਦੇ ਰਹੀ ਆ। ਫਿਰ ਗੱਲ ਆਈ ਉਹਨਾਂ ਨੇ ਆਪਦੀ ਜਾਇਦਾਦ ਨੂੰ ਲੈ ਕੇ ਕਿ ਜਾਇਦਾਦ ਮੇਰੀ ਆਖਰ ਕਿੰਨੀ ਕੁ ਵੱਡੀ ਆ, ਇਹ ਤੁਹਾਨੂੰ ਕਹਿੰਦੇ ਮੈਂ ਦੱਸਣਾ ਚਾਹਣਾ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰਿਆ ਕਿ 1986 ਤੋਂ ਮੈਂ ਆਪਦੀ ਸ਼ੁਰੂਆਤ ਕਰੀ ਸੀ, ਆਪਦੇ ਕੰਮ ਕੀਤੇ ਤਾਂ ਉਹਨਾਂ ਨੇ ਹਿਸਾਬ ਦਿੱਤਾ, ਕਹਿੰਦੇ 10 ਕਿੱਲੇ ਮੈਨੇ ਖਰੀਦੇ ਸੀਗੇ ਖਰੜ ਦੇ ਵਿੱਚ। ਪੈਟਰੋਲ ਪੰਪ ਸੀ, ਕਹਿੰਦੇ ਪੈਟਰੋਲ ਪੰਪ ਵੇਚ ਕੇ ਫਿਰ ਮੈਨੇ 10 ਕਿੱਲੇ ਜ਼ਮੀਨ ਖਰੀਦੀ, ਉਹ ਜ਼ਮੀਨ ਵੇਚ ਕੇ ਕਹਿੰਦੇ ਫਿਰ ਉਦੋਂ ਬਾਅਦ ਮੈਨੇ ਇਲੈਕਸ਼ਨ ਲੜੀ। ਕਹਿੰਦੇ ਮੇਰੇ ਆਪਦੀ ਇਲੈਕਸ਼ਨ 'ਚ ਪਹਿਲਾ ਨਾਰਾ ਇਹੀ ਦਿੱਤਾ ਸੀਗਾ ਕਿ ਗਰੀਬ ਲੋਕ ਮੈਨੂੰ ਵੋਟ ਪਾਉਣ, ਅਮੀਰ ਨਾ ਪਾਉਣ। ਸਾਹਮਣੇ ਤਸਵੀਰਾਂ ਦਿਖਾ ਦਿੰਦੇ ਆ, ਗੱਡੀ ਜਾ ਰਹੀਆਂ ਨੇ ਚਰਨਜੀਤ ਚੰਨੀ ਦੀਆਂ, ਬਿਲਕੁਲ ਵਿਜੀਲੈਂਸ ਦਫ਼ਤਰ ਦੇ ਕੋਲੇ ਪਹੁੰਚ ਚੁੱਕੇ ਆ ਤੇ ਵਿਜੀਲੈਂਸ ਭਵਨ ਦੇ ਵਿੱਚ ਜਿਹੜਾ ਹੈ ਚਰਨਜੀਤ ਚੰਨੀ ਦੀ ਹੁਣ ਪੇਸ਼ੀ ਆ। ਸਾਹਮਣੇ ਤਸਵੀਰਾਂ ਦਿਖਾ ਰਿਹਾ, ਲੈਂਡ ਕਰੂਜ਼ਰ ਗੱਡੀ ਜਾ ਰਹੀ ਹੈਗੀ ਚਰਨਜੀਤ ਚੰਨੀ ਹੋਰਾਂ ਦੀ। ਕਿ ਜਦੋਂ ਅਸੀਂ ਸਰਕਾਰ ਨੂੰ ਪੁੱਛਿਆ ਦੀ, ਹੁਣ ਉਹ ਵੀ ਤੁਹਾਨੂੰ ਕੁਝ ਗੱਲਾਂ ਦੱਸ ਦੇਣਾ। ਅਮਨ ਅਰੋੜਾ ਨੂੰ ਮੈਂ ਪੁੱਛਿਆ, ਹਰਪਾਲ ਚੀਮਾ ਨੂੰ ਪੁੱਛਿਆ ਕਿ ਆਖਰਕਾਰ ਤੁਸੀਂ ਗਲਤ ਕਰ ਰਹੇ ਹੋ, ਜੇਕਰ ਪੁਰਾਣਾ ਮੁੱਖ ਮੰਤਰੀ ਆ ਤਾਂ ਉਹਨੂੰ ਕੀ ਤੁਸੀਂ ਆਖਰਕਾਰ ਇਸ ਤਰ੍ਹਾਂ ਦੇ ਨਾਲ ਬੁਲਾ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਵੀ ਸਿਆਸੀ ਬਦਲਾਖੋਰੀ ਹੈ? ਤਾਂ ਹਰਪਾਲ ਚੀਮਾ, ਅਮਨ ਅਰੋੜਾ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਸੀਗੇ ਕਿ ਜਿਹਦੇ ਭਾਣਜੇ ਦੇ ਬੈਡਾਂ ਚੋਂ ਲੱਖਾਂ ਰੁਪਇਆ ਮਿਲਦਾ ਹੋਵੇ ਤਾਂ ਕੀ ਅਸੀਂ ਉਹਨੂੰ ਪੁੱਛੀਏ ਵੀ ਨਾ। ਹਰਪਾਲ ਚੀਮਾ ਕਹਿੰਦੇ ਕਿ ਕਿਤੇ ਮਰਜ਼ੀ ਕੋਈ ਭੱਜ ਲੇ। ਹਾਲਾਂਕਿ ਉਹਨਾਂ ਨੇ ਤਾਂ ਇੱਥੇ ਤੱਕ ਜ਼ਿਕਰ ਕਰਿਆ ਕਿ ਆਖਰ ਜਿਹੜੇ ਕਾਂਗਰਸ ਦੇ ਬਾਕੀ ਲੀਡਰ ਨੇਗੇ ਉਹਨਾਂ ਨੂੰ ਬਚਾਉਣ ਨੂੰ ਫਿਰਦੇ ਨੇ, ਕਹਿੰਦੇ ਪਰ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ ਕਿਉਂਕਿ ਅਸੀਂ ਪੈਸੇ ਦਾ ਹਿਸਾਬ ਲੈਣਾ। ਗੱਡੀਆਂ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਕਿ ਚਰਨਜੀਤ ਚੰਨੀ ਸਿਰਫ ਕੁਝ ਹੀ ਮਿੰਟਾਂ ਤੋਂ ਬਾਅਦ ਵਿਜੀਲੈਂਸ ਭਵਨ ਹੋਣਗੇ। ਬਿਲਕੁਲ ਕਈ ਲੋਕ ਕਮੈਂਟਾਂ ਦੇ ਵਿੱਚ ਵੀ ਸਵਾਲ ਖੜੇ ਕਰ ਰਹੇ ਨੇ ਕਿ ਕੋਈ ਡਰ ਨਹੀਂ, ਸੱਚਾਈ ਸਭ ਦੇ ਸਾਹਮਣੇ ਆਊ। ਕਈ ਲੋਕ ਲਿਖ ਰਹੇ ਨੇ ਕਿ ਭਾਣਜੇ ਕੋਲੋਂ 10 ਕਰੋੜ ਕਿੱਥੋਂ ਆਇਆ। ਇਹ ਕਮੈਂਟ ਨੇ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਕਰ ਰਹੇ ਨੇ। ਕਈ ਗ੍ਰੇਟ ਸੀਐਮ ਲਿਖ ਰਹੇ ਨੇ ਚਰਨਜੀਤ ਚੰਨੀ ਨੂੰ, ਤੇ ਕਈ ਲੋਕ ਇਹ ਵੀ ਸਵਾਲ ਖੜਾ ਕਰ ਰਹੇ ਨੇ ਕਿ ਉਹ ਆਪਦੇ ਭਾਣਜੇ ਬਾਰੇ ਦੱਸਣ, ਉਹਨਾਂ ਨੂੰ ਕੋਲ ਪੈਸਾ ਕਿੱਥੋਂ ਆਇਆ। ਕਈ ਤਰ੍ਹਾਂ ਦੇ ਸਵਾਲ ਜਵਾਬ ਨੇ ਜਿਹੜੇ ਲੋਕ ਖੜੇ ਕਰ ਰਹੇ ਨੇ। ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਚਰਨਜੀਤ ਚੰਨੀ ਦੀ ਗੱਡੀ ਵਿਜੀਲੈਂਸ ਭਵਨ ਨੂੰ ਮੁੜ ਗਈ ਹੈ ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ, ਵਿਜੀਲੈਂਸ ਭਵਨ ਪਹੁੰਚ ਗਿਆ ਚਰਨਜੀਤ ਚੰਨੀ ਤੇ ਨਾਲ ਜਿਵੇਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਵੱਡੇ ਪ੍ਰਬੰਧ ਸੁਰੱਖਿਆ ਦੇ ਤੇ ਗਏ ਨੇ। ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਚਰਨਜੀਤ ਚੰਨੀ ਦੀ। ਅੱਗੇ ਆ ਜਿਹੜਾ ਵਿਜੀਲੈਂਸ ਭਵਨ ਦੇ ਅੱਗੇ ਮੁਲਾਜ਼ਮ ਨੇ ਜਿਹੜੇ ਖੜੇ ਨੇ ਤੇ ਉਤਰਨ ਲੱਗੇ ਨੇ ਚਰਨਜੀਤ ਚੰਨੀ। ਹੋ ਸਕਦਾ ਮੀਡੀਆ ਦੇ ਨਾਲ ਇੱਥੇ ਵੀ
ਦੋ ਗੱਲਾਂ ਨੇ ਜਿਹੜੀਆਂ ਕਰ खिलाफ करे मैं हर ओके वीर जी ਚੰਨੀ ਸਾਹਿਬ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੀ ਤੁਸੀਂ ਕਹਿ ਰਹੇ ਗ੍ਰਿਫਤਾਰੀ ਹੋ ਸਕਦੀ ਹੈ ਕਿ ਮੈਂ ਹਰ ਤਰ੍ਹਾਂ ਦਾ ਕਸ਼ਟ ਦੁੱਖ ਮੁਸੀਬਤ ਝੱਲਣ ਨੂੰ ਤਿਆਰ ਹਾਂ। ਜੋ ਇਹਨਾਂ ਨੇ ਕਰਨਾ ਕਰ ਲੈਣ। ਮੈਂ ਆਪਣਾ ਪੱਖ ਆਪਣੀ ਜਨਤਾ ਦੇ ਸਾਹਮਣੇ ਰੱਖਾ ਆ। ਇਹਨਾਂ ਨੇ ਛੁੱਟੀ ਵਾਲੇ ਦਿਨ ਵੀ ਵਿਸਾਖੀ ਵਾਲੇ ਦਿਨ ਔਰ ਅੰਬੇਦਕਰ ਸਾਹਿਬ ਦੇ ਦਿਨ ਦਫ਼ਤਰ ਮੇਰੇ ਕਰਕੇ ਖੋਲ੍ਹਿਆ ਹੈ, ਮੈਨੂੰ ਟੌਰਚਰ ਜਾਂ ਤੰਗ ਕਰਨ ਵਾਸਤੇ। ਮੈਂ ਇਹਨਾਂ ਨੂੰ ਪੇਸ਼ ਹੋ ਰਿਹਾ। ਕਿਹਾ ਗ੍ਰਿਫਤਾਰੀ ਦਾ ਡਰ ਹੈ, ਗ੍ਰਿਫਤਾਰੀ ਹੋ ਮੈਨੂੰ ਕੋਈ ਡਰ ਨਹੀਂ। ਹੁਣ ਇਹ ਗ੍ਰਿਫਤਾਰੀ ਕਰਨ, ਇਹ ਮੈਨੂੰ ਮਾਰਨੇ, ਮੈਨੂੰ ਕੁੱਟਣ, ਇਹ ਮੈਨੂੰ ਜੇਲ੍ਹ ਭੇਜਣ, ਇਹ ਮੈਨੂੰ ਜਾਨ ਤੋਂ ਮਾਰ ਦੇਣ, ਮੈਨੂੰ ਕੋਈ ਫਰਕ ਨਹੀਂ। ਆਮਦਨ ਤੋਂ ਵੱਧ ਮਾਮਲੇ ਦੀ ਜਾਂਚ ਹੋ ਰਹੀ, ਕਹਿੰਦੇ ਕਿ ਪ੍ਰੋਪਰਟੀ ਚੈਕਿੰਗ ਹੋਏਗੀ, ਅਕਾਊਂਟ ਚੈੱਕ ਹੋਏਗਾ, ਫੋਰਨ ਚ ਕਿੰਨੀ ਇਨਵੈਸਟਮੈਂਟ ਹੈ ਉਹ ਚੈੱਕ ਹੋਏਗੀ। ਮੈਂ ਦੱਸਦਾ ਕਿ ਜਿਹਦਾ ਆਪਣਾ ਘਰ ਪਿਛਲੇ 5 ਸਾਲਾਂ ਤੋਂ ਕੁਰਕੀ ਪਰ ਹੈ, ਹਾਈ ਕੋਰਟ ਤੋਂ ਸਟੇ ਲਈ ਹੋਈ ਹੈ, ਉਹਦੇ ਪਾਸ ਕਿਆ ਪ੍ਰਾਪਰਟੀ ਹੋ ਸਕਦੀ ਹੈ? ਮੇਰਾ ਜੱਦੀ ਘਰ, ਆਪਣਾ ਘਰ ਜਿਹੜਾ ਮੇਰੇ ਬਾਪੂ ਨੇ ਬਣਾਇਆ ਸੀ, ਜਿੱਥੇ ਅਸੀਂ 50 ਸਾਲ ਤੋਂ ਰਹਿ ਰਹੇ, ਉਹ ਅੱਜ ਕੁਰਕੀ ਪਰ ਆਇਆ ਹੋਇਆ ਹੈ ਤੇ ਹਾਈ ਕੋਰਟ ਚੋਂ ਮੈਂ ਸਟੇ ਲੈ ਕੇ ਆਇਆ। ਮੇਰੇ ਕੋਲ ਕਿਆ ਪ੍ਰਾਪਰਟੀ ਹੋਏਗੀ? ਜੋ ਮਰਜ਼ੀ ਕਰ ਲੈ। ਇਸ ਜਾਂਚ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਜਾਂਚ ਟੋਟਲੀ ਪੋਲੀਟੀਕਲ ਹੈ ਔਰ ਇਹਨਾਂ ਨੂੰ ਕਰਨ ਤੋਂ ਜਿਹੜਾ ਕੁਝ ਕਰਦੇ। ਕਾਫੀ ਇਮੋਸ਼ਨਲ ਹੋਏਗਾ, ਅੱਖਾਂ ਭਰ ਆਈਆਂ ਸੀ ਤੁਹਾਡੀਆਂ। ਅੱਖਾਂ ਤੁਹਾਡੀਆਂ ਭਰੀਆਂ ਦਿਖਾਈ ਦੇ ਰਹੀਆਂ। ਦੇਖੋ ਜਦ ਮੈਂ ਪਬਲਿਕ ਦੇ ਵਿੱਚ ਹੈ ਤਾਂ ਮੇਰੇ ਚਰਨਜੀਤ ਚੰਨੀ ਨੂੰ ਸਿਕਿਉਰਿਟੀ ਦੇ ਨਾਲ ਵਿਜੀਲੈਂਸ ਦਫ਼ਤਰ ਅੰਦਰ ਸਿਆਸੀ ਏਜੰਡਾ ਔਰ ਕਹਿ ਰਹੇ ਮੈਂ ਗ੍ਰਿਫਤਾਰੀ ਤੋਂ ਨਹੀਂ ਡਰ ਰਿਹਾ। ਆਖਰਕਾਰ ਕਿਤੇ ਨਾ ਕਿਤੇ ਕਹਿੰਦੇ ਮੈਂ ਤਾਂ ਸਟੇ ਲਈ ਹੋਈ ਆ, ਕੁਰਕੀ ਜਿਹੜੀ ਆ ਹੋ ਸਕਦੀ ਤੇ ਨਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਕਿ ਚਰਨਜੀਤ ਚੰਨੀ ਵਿਜੀਲੈਂਸ ਭਵਨ ਪਹੁੰਚੇ ਨੇ ਤੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਸਾਹਮਣੇ ਜਾ ਰਹੇ ਨੇ। ਤੇ ਉਹ ਕਹਿੰਦੇ ਕਿ ਗ੍ਰਿਫਤਾਰੀ ਦਾ ਡਰ, ਜਾਂ ਕਹੀਏ ਕਿ ਉਹ ਕਹਿੰਦੇ ਮੈਨੂੰ ਡਰ ਕੋਈ ਨਹੀਂ, ਪਰ ਗ੍ਰਿਫਤਾਰੀ ਨੂੰ ਲੈ ਕੇ ਖਦਸ਼ਾ ਜ਼ਰੂਰ ਜਤਾਇਆ। ਹੁਣ ਜਿਸ ਤਰ੍ਹਾਂ ਦੇ ਨਾਲ ਚਰਨਜੀਤ ਚੰਨੀ ਗਏ ਨੇ ਅੰਦਰ, ਤਾਂ ਆਖਰਕਾਰ ਕਿੰਨਾ ਸਮਾਂ ਪੁੱਛਗਿੱਛ ਹੋਊਗੀ, ਬਾਹਰ ਆਉਣਗੇ ਅੱਜ ਜਾਂ ਗ੍ਰਿਫਤਾਰੀ ਹੋਊਗੀ, ਇਹ तमाम ਚੀਜ਼ਾਂ ਨੂੰ ਲੈ ਕੇ ਖੈਰ ਸਵਾਲ ਤਾਂ ਉਹ ਖੁਦ ਹੀ ਖੜਾ ਕਰ ਗਏ ਨੇਗੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਜਿਹੜੀ ਪੁੱਛਗਿੱਛ ਹੁੰਦੀ ਹੈ ਤੇ ਹੁਣ तमाम ਤੱਥ